ਕਈ ਵਾਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਘਟਨਾਵਾਂ ਵੀ ਵੱਡੇ ਰੂਪ ਲੈ ਜਾਂਦੀਆਂ ਨੇ। ਤਾਂ ਇਨਸਾਨ ਸੋਚਦਾ ਹੈ ਕਿ ਮੇਰੇ ਨਾਲ ਇਹ ਘਟਨਾ ਵਾਪਰ ਗਈ ਤਾਂ ਹੁਣ ਮੈਂ ਜ਼ਿੰਦਗੀ ਨੂੰ ਜਿਉਣਾ ਛੱਡ ਦੇਣਾ। ਇੱਦਾਂ ਦੀਆਂ ਐਗਜ਼ਾਮਪਲਾਂ ਤੁਸੀਂ ਹਾਲ ਹੀ ਦੇ ਵਿੱਚ ਦੇਖੀਆਂ ਵੀ ਨੇ। ਪਰ ਜ਼ਿੰਦਗੀ ਨੂੰ ਜਿੱਤਣ ਵਾਲੇ ਵੀ ਲੋਕ ਹੈ, ਜਿਨ੍ਹਾਂ ਨੇ ਪਰਮਾਤਮਾ ਨੇ ਜਿਨ੍ਹਾਂ ਨੂੰ ਜ਼ਿੰਦਗੀ ਜਿਉਣ ਦੇ ਕਈ ਰੀਜ਼ਨ ਦਿੱਤੇ, ਜਿਨ੍ਹਾਂ ਨੂੰ ਕਈ ਵਾਰ ਠੋਕਰਾਂ ਵੱਜੀਆਂ, ਉਹਨਾਂ ਨੇ ਜ਼ਿੰਦਗੀ ਦੇ ਉੱਪਰ ਜਿੱਤ ਹਾਸਲ ਕੀਤੀ। ਮੈਂ ਦੋ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਅੱਜ ਮਿਲਾਵਾਂਗਾ। ਮੈਡਮ ਦੀਪਿਕਾ ਸੂਦ ਨੇ ਮੇਰੇ ਨਾਲ, ਅਤੇ ਇਧਰਲੇ ਪਾਸੇ ਮੇਰੇ ਡਾਕਟਰ ਪ੍ਰੇਮ ਸਾਗਰ ਨੇ, ਜਿਨ੍ਹਾਂ ਨੇ ਮਿਊਜ਼ਿਕ ਦੇ ਵਿੱਚ PhD ਹੁਣੇ ਹਾਲ ਹੀ ਦੇ ਵਿੱਚ ਕੰਪਲੀਟ ਕੀਤੀ ਹੈ। ਇਹ ਦੋਵੇਂ ਸਰ ਅਤੇ ਮੈਡਮ ਟੀਚਰ ਨੇ ਜਲੰਧਰ ਦੇ HMV ਕਾਲਜ ਦੇ ਵਿੱਚ। ਸਰ ਮਿਊਜ਼ਿਕ ਦੇ ਟੀਚਰ ਨੇ ਅਤੇ ਮੈਮ ਇੱਕ ਸક્ષਮ ਸੰਸਥਾ ਆ ਜਿਸ ਦੇ ਵਿੱਚ ਬਲਾਈਂਡ ਬੱਚਿਆਂ ਨੂੰ ਇੱਕ ਸਿੱਖਿਆ ਦਿੱਤੀ ਜਾਂਦੀ ਆ, ਉਹਨਾਂ ਨੂੰ ਆਪਣੇ ਪੈਰਾਂ ਦੇ ਉੱਪਰ ਖੜਾ ਕੀਤਾ ਜਾਂਦਾ। ਤਾਂ ਇੱਕ ਗੱਲ ਹੋਰ ਸਰ ਤੇ ਮੈਡਮ ਦੇ ਬਾਰੇ ਦੱਸ ਦੇਣਾ ਚਾਹੁੰਦਾ ਕਿ ਮੈਮ ਅਤੇ ਸਰ 100% ਬਲਾਈਂਡ ਨੇ। ਰੌਸ਼ਨੀ ਇਹਨਾਂ ਦੀਆਂ ਅੱਖਾਂ ਦੇ ਵਿੱਚ ਨਹੀਂ ਹੈਗੀ, ਇਹਨਾਂ ਦੀ ਆਪਣੀ ਅੱਖਾਂ ਦੀ ਰੌਸ਼ਨੀ ਨਹੀਂ ਹੈ, ਪਰ ਇਹ ਬਾਕੀ ਲੋਕਾਂ ਦੇ, ਬਾਕੀ ਨੌਜਵਾਨਾਂ ਦੀਆਂ ਜ਼ਿੰਦਗੀ ਦੇ ਵਿੱਚ ਭਰਪੂਰ ਰੌਸ਼ਨੀ ਭਰ ਰਹੇ ਨੇ। ਅੱਜ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਜ਼ਿੰਦਗੀ ਨੂੰ ਇਹ ਜਿਉਂਦੇ ਨੇ, ਕਿਸ ਤਰੀਕੇ ਨਾਲ ਇਹਨਾਂ ਦੇ ਹਿਸਾਬ ਨਾਲ ਜ਼ਿੰਦਗੀ ਹੈ, ਕਿਉਂਕਿ ਹੁਨਰ ਭਰਪੂਰ ਨੇ, ਬਹੁਤ ਵਧੀਆ ਹੁਨਰ ਹੈ ਜ਼ਿੰਦਗੀ ਨੂੰ ਦੇਖਣ ਦਾ। ਇਹਨਾਂ ਦਾ ਨਜ਼ਰੀਆ ਸਾਡੇ ਵਰਗੇ ਅੱਖਾਂ ਵਾਲਿਆਂ ਤੋਂ ਵੀ ਵਧੀਆ ਆ। ਅਸੀਂ ਉਸ ਤਰੀਕੇ ਨਾਲ ਜ਼ਿੰਦਗੀ ਨੂੰ ਨਹੀਂ ਦੇਖਦੇ ਜਿਹੜੇ ਨਜ਼ਰੀਏ ਨਾਲ ਇਹ ਦੇਖਦੇ ਆ। ਅੱਜ ਇਹਨਾਂ ਦੇ ਨਜ਼ਰੀਏ ਦੇ ਨਾਲ ਜ਼ਿੰਦਗੀ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਅਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਰ ਤੇ ਮੈਮ ਤੁਹਾਡਾ ਸਵਾਗਤ। ਮੈਂ ਸਭ ਤੋਂ ਪਹਿਲਾਂ ਤਾਂ ਇਹੀ ਕਹੂੰਗਾ ਕਿ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਡਾਕਟਰ ਪ੍ਰੇਮ ਸਾਗਰ ਸਰ, ਸਭ ਤੋਂ ਪਹਿਲਾਂ ਤਾਂ ਇਹੀ ਮੈਂ ਜਾਣਨਾ ਚਾਹੁੰਦਾ ਕਿ ਮਿਊਜ਼ਿਕ ਦੇ ਨਾਲ ਪਿਆਰ ਕਿੱਦਾਂ ਪਿਆ? ਵਾਹ, ਬੜਾ ਸੋਹਣਾ ਪ੍ਰਸ਼ਨ ਕੀਤਾ ਸਰ। ਸੰਗੀਤ ਦਾ ਮਨੁੱਖ ਦਾ ਇੱਕ ਸੁਭਾਵਿਕ ਸੰਬੰਧ ਤਾਂ ਹੈ ਹੀ ਹੈ। ਉਹ ਸੰਬੰਧ ਮੇਰਾ ਪਰਿਵਾਰ ਵਿੱਚ ਸੰਗੀਤ ਦਾ ਮਾਹੌਲ, ਭਗਤੀ ਦਾ ਮਾਹੌਲ, ਜਿੱਦਾਂ ਸਾਡੇ ਸਾਰੇ ਭਾਰਤੀ ਪਰਿਵਾਰਾਂ ਵਿੱਚ ਹੁੰਦਾ ਹੀ ਹੈ। ਸ਼ੁਰੂ ਤੋਂ ਘਰ ਵਿੱਚ ਗੁਰਬਾਣੀ ਦਾ ਪਾਠ, ਭਜਨ ਕੀਰਤਨ ਦੇ ਸੰਸਕਾਰ ਸਾਡੇ ਘਰ ਵਿੱਚ ਹੀ ਵਿਦਮਾਨ ਹਨ, ਤੇ ਉੱਥੋਂ ਹੀ ਸੁਣਨਾ ਸ਼ੁਰੂ ਕੀਤਾ ਸੀ ਬਹੁਤ ਛੋਟੇ ਹੁੰਦੇ। ਭਾਈ ਗੋਪਾਲ ਸਿੰਘ ਜੀ, ਭਾਈ ਸੁਰਜਨ ਸਿੰਘ ਜੀ, ਇਹਨਾਂ ਲੋਕਾਂ ਨੂੰ ਸੁਣ ਕੇ ਜੁੜ ਗਿਆ ਹੌਲੀ। ਪਰ ਜਦੋਂ ਸਮਾਂ ਆਇਆ, ਜਦੋਂ ਮੇਰੇ ਗੁਰੂ ਜਨਾਂ ਨੇ, ਮੇਰੇ ਟੀਚਰਸ ਨੇ ਸੋਚਿਆ ਕਿ ਕਿਉਂਕਿ ਉਦੋਂ ਇਹ ਸਮਾਂ ਸੀ ਵੀ ਜਦੋਂ ਅੱਖਾਂ ਦੀ ਰੌਸ਼ਨੀ ਦੀ ਘਾਟ ਹੁੰਦੀ ਸੀ, ਤਾਂ ਸੰਗੀਤ ਨੂੰ ਇੱਕ ਬਹੁਤ ਵੱਡਾ ਸਾਧਨ ਮੰਨਿਆ ਜਾਂਦਾ ਸੀਗਾ ਕਿ ਸੰਗੀਤ ਇਹਨਾਂ ਬੱਚਿਆਂ ਵਾਸਤੇ ਕਰੀਅਰ ਬਣ ਸਕਦਾ। ਤਾਂ ਉਦੋਂ ਫਿਰ ਮੇਰੇ ਕਰੀਅਰ ਵਾਸਤੇ ਵੀ ਮਿਊਜ਼ਿਕ ਡਿਸਾਈਡ ਹੋ ਗਿਆ। ਜਦੋਂ ਮੈਂ ਲਗਭਗ 6ਵੀਂ ਜਮਾਤ ਤੇ ਸੀਗਾ, ਉਦੋਂ ਮੇਰਾ ਇਹ ਮਿਊਜ਼ਿਕ ਇੱਕ ਕਰੀਅਰ ਵਾਸਤੇ ਵੀ ਡਿਸਾਈਡ ਹੋ ਗਿਆ। ਇਸ ਤਰ੍ਹਾਂ ਮੇਰਾ ਪਹਿਲਾਂ ਤਾਂ ਸੁਭਾਵਿਕ ਜੁੜਾਵ ਸੀਗਾ ਸੰਗੀਤ ਨਾਲ, ਬਾਅਦ ਫਿਰ ਕਰੀਅਰ ਦੇ ਨਾਤੇ ਵੀ ਮੇਰਾ ਸੰਗੀਤ ਨਾਲ ਸੰਬੰਧ ਜੁੜ ਗਿਆ, ਜਿਹਨੂੰ ਮੈਂ ਅੱਗੇ ਲੈ ਕੇ ਤੁਹਾਡੀ ਦੁਆ ਨਾਲ ਮੈਂ PhD ਤੱਕ ਆਪਣੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ, ਔਰ ਮੈਂ HMV ਵਿਖੇ ਐਸੋਸੀਏਟ ਪ੍ਰੋਫੈਸਰ ਹਾਂ ਇਸ ਵੇਲੇ। ਜਿਵੇਂ ਅੱਖਾਂ ਦੀ ਰੌਸ਼ਨੀ ਸ਼ੁਰੂ ਤੋਂ ਬਚਪਨ ਤੋਂ ਹੀ ਨਹੀਂ ਸੀ ਕਿ ਜਾਂ ਇਹ ਕੁਝ ਬਾਅਦ ਚ ਹੋਇਆ? ਵੈਸੇ ਤਾਂ ਬਾਏ ਬਰਥ ਹੀ ਇਹ ਪ੍ਰੋਬਲਮ ਸੀ, ਪਰ ਲਗਭਗ 10-11 ਸਾਲ ਦੀ ਉਮਰ ਤੱਕ ਇੰਨੀ ਕੁ ਰੌਸ਼ਨੀ ਸੀ ਮਨਦੀਪ ਜੀ ਕਿ ਮੈਂ ਇਕੱਲਾ ਚੱਲ ਜਾਂਦਾ ਸੀ ਸਕੂਲ, ਲਿਖ ਲੈਂਦਾ ਸੀਗਾ। ਮੈਨੂੰ ਇੱਕ ਆਪਣੇ ਟੀਚਰ ਨੂੰ ਅੱਜ ਨਮਨ ਕਰਨ ਨੂੰ ਮਨ ਕਰਦਾ ਵੀ ਟੀਚਰ ਦਾ ਰੋਲ ਕਿੰਨਾ ਵੱਡਾ ਹੁੰਦਾ। ਜਦੋਂ ਮੈਂ ਪਹਿਲੇ ਦਿਨ ਸਕੂਲ ਪਹੁੰਚਿਆ ਸੀ ਤਾਂ ਕਾਪੀ ਦੀਆਂ ਲਾਈਨਾਂ ਹੁੰਦੀਆਂ, ਉਹ ਫਿੱਕੀਆਂ ਸੀ, ਮੈਨੂੰ ਨਜ਼ਰ ਨਹੀਂ ਆਉਂਦੀਆਂ ਸੀ। ਉਹਨਾਂ ਨੇ ਪੈਨ ਲੈ ਕੇ ਡਰਾਅ ਕਰਤੀਆਂ ਉੱਪਰ, ਤੇ ਉਹ ਟੀਚਰ ਦੀ ਬਦੌਲਤ ਮੈਂ 6ਵੀਂ ਜਮਾਤ ਤੱਕ ਨਾਰਮਲ ਸਕੂਲ 'ਚ ਪੜ੍ਹ ਪਾਇਆ। ਉਸ ਟੀਚਰ ਦਾ ਡਾਇਨਾਮਿਕ ਰੋਲ ਸੀਗਾ। ਫਿਰ ਜਦੋਂ 6ਵੀਂ ਜਮਾਤ 'ਤੇ ਮੇਰੀ ਰੌਸ਼ਨੀ ਬਹੁਤ ਘੱਟ ਗਈ, ਫਿਰ ਮੈਂ ਜਮਾਲਪੁਰ GIB ਇੰਸਟੀਚਿਊਟ ਹੈ, ਗਵਰਨਮੈਂਟ ਇੰਸਟੀਚਿਊਟ ਫॉर द ਬਲਾਈਂਡ, ਉੱਥੇ ਫਿਰ ਮੈਟ੍ਰਿਕ ਕਰਨ ਚਲਾ ਗਿਆ। ਬਾਅਦ ਫਿਰ ਗ੍ਰੈਜੂਏਸ਼ਨ ਨੰਗਲ ਕੀਤੀ, ਭਾਖੜਾ ਨੰਗਲ ਤੋਂ ਬਿਲੋਂਗ ਕਰਨਾ, ਭਟੋਲੀ ਕਾਲਜ SVSD ਕਾਲਜ ਭਟੋਲੀ ਤੋਂ ਕੀਤੀ। ਫਿਰ MA ਕੀਤੀ ਪੰਜਾਬ ਯੂਨੀਵਰਸਿਟੀ ਤੋਂ ਜੁੜ ਕੇ ਆਪਣੇ ਗੁਰੂ ਜੀ ਪ੍ਰੋਫੈਸਰ ਪਰਮਹੰਸ ਅਹੂਜਾ ਜੀ ਦੀ ਸ਼ਰਨ ਵਿੱਚ ਰਹਿ ਕੇ। ਫਿਰ MPhil ਕੀਤੀ, ਫਿਰ ਬਾਅਦ ਜੌਬ ਮਿਲ ਗਈ ਕਾਲਜ ਵਿੱਚ, ਫਿਰ ਇਸ ਤੋਂ ਬਾਅਦ PhD ਕੀਤੀ। ਸਫ਼ਰ ਲੰਘਦਾ ਗਿਆ ਆਸਾਨੀ ਦੇ ਨਾਲ ਜੀ, ਪੋਜ਼ਿਟਿਵਿਟੀ ਕਰਕੇ ਸਹਿਯੋਗ ਮਿਲਦਾ ਰਿਹਾ ਪੇਰੈਂਟਸ ਤੋਂ, ਦੋਸਤਾਂ ਤੋਂ, ਸਭ ਪਾਸੇ ਤੋਂ। ਅੱਛਾ ਸਰ, ਮੈਂ ਚਾਹੁੰਦਾ ਕਿ ਵੈਸੇ ਤਾਂ ਤਾਨਪੁਰਾ ਮੇਰਾ ਫੇਵਰੇਟ ਆ ਇਹ ਜਿਹੜਾ ਸਾਜ਼ ਹੈਗਾ। ਕੁਝ ਆਪਣੀ ਜਿਹੜੀ ਜਾਨਦਾਰ ਆਵਾਜ਼ ਆ ਜਿਹੜੀ ਤੁਹਾਡੀ, ਉਸ ਆਵਾਜ਼ ਦੇ ਨਾਲ ਕੁਝ ਹੋ ਜੇ, ਕੋਈ ਲਾਈਨਾਂ ਸੁਣਾ ਦਿਓ। ਵਾਹ, ਤੁਹਾਡੇ ਗੱਲ ਕਰਦੇ ਕਰਦੇ ਜੋ ਮੇਰੇ ਮਨ 'ਚ ਆਇਆ
ਮੈਂ ਉਹ ਗਾਵਾਂਗਾ, ਫਿਰ ਸ਼ਬਦ ਗਾਵਾਂਗਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤਾਂ ਇਹ ਬਹੁਤ ਵਧੀਆ, ਸਾਡੇ ਲਈ ਫਖਰ ਵਾਲੀ ਗੱਲ ਆ, ਮੇਰੇ ਲਈ ਮਾਣ ਵਾਲੀ ਗੱਲ ਆ ਕਿ ਸਰ ਦੇ ਨਾਲ ਬੈਠ ਕੇ ਅੱਜ ਮੈਂ ਜੀ ਸਰ। ਦਸ਼ਮੇਸ਼ ਪਿਤਾ ਦੀ ਰਚਨਾ ਹੈ ਔਰ ਰਫੀ ਸਾਹਿਬ ਨੇ ਜਿਹੜੀ ਗਾਈ ਹੈ। ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਓ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ। ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ, ਮਿੱਤਰ ਪਿਆਰੇ ਨੂੰ, ਓ ਮਿੱਤਰ ਪਿਆਰੇ ਨੂੰ। ਜਿਸ ਤਰ੍ਹਾਂ ਦਸ਼ਮੇਸ਼ ਪਿਤਾ ਨੇ ਉਸ ਪਰਮਾਤਮਾ ਨਾਲ ਆਪਣਾ ਸੰਵਾਦ ਰਚਿਆ ਸੀ, ਤੇ ਮੈਂ ਕਹਿੰਦਾ ਖਿਲਕਤ ਵਿੱਚ ਹੀ ਖਾਲਕ ਵਸਦਾ ਹੈ, ਤੇ ਸਾਡਾ ਵੀ ਆਪਣੇ ਸੋਸਾਇਟੀ ਨਾਲ ਸੰਵਾਦ ਤੁਸੀਂ ਕਰਵਾ ਰਹੇ ਹੋ। ਤੇ ਉਸ ਮਿਸ਼ਨ ਦੇ ਸੰਦਰਭ 'ਚ ਵੀ ਇਸ ਸ਼ਬਦ ਨੂੰ ਆਪਾਂ ਦੇਖ ਸਕਦੇ ਹਾਂ ਕਿ ਜੋ ਅੱਜ ਸਾਡੀਆਂ ਜਿਹੜੇ ਵੀ ਲੋਕ ਨਹੀਂ ਦੇਖ ਪਾਉਂਦੇ, ਉਹਨਾਂ ਦੀ ਕੀ ਮੁਸ਼ਕਿਲਾਂ ਹਨ, ਜਾਂ ਉਹਨਾਂ ਨੂੰ ਤੁਹਾਡਾ ਥੋੜਾ ਜਿਹਾ ਸਹਿਯੋਗ ਹੋਵੇ ਤਾਂ ਉਹ ਕਿੰਨੀਆਂ ਉਡਾਰੀਆਂ ਭਰ ਸਕਦੇ ਆ। ਵੈਸੇ ਤਾਂ ਸਾਡਾ ਸਹਿਯੋਗ ਤਾਂ ਬਹੁਤ ਛੋਟਾ ਜਿਹਾ, ਪਰ ਜਿਹੜੀਆਂ ਉਡਾਰੀਆਂ ਤੁਸੀਂ ਭਰੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਉਹ ਕੋਈ ਉਡਾਰੀਆਂ ਘੱਟ ਨਹੀਂ ਆ ਸਰ। ਮੈਮ ਨਾਲ ਗੱਲ ਕਰਦੇ ਹਾਂ ਸਰ। ਮੈਂ ਚਾਹੂੰਗਾ ਕਿ ਆਪਾਂ ਨਾ ਵਿੱਚ ਵਿੱਚ ਸੁਣਦੇ ਰਵਾਂਗੇ ਤੁਹਾਡੇ ਕੋਲ, ਕਿਉਂਕਿ ਬੜੀ ਜਾਨਦਾਰ ਆਵਾਜ਼ ਆ ਤੁਹਾਡੀ, ਬੜਾ ਮਜ਼ਾ ਆਇਆ। ਮੈਮ, ਜਿਵੇਂ ਅੱਜ ਤੁਸੀਂ ਟੀਚਰ ਹੋ, ਤੇ ਮੈਨੂੰ ਤੁਸੀਂ ਦੱਸਿਆ ਕਿ ਜਿਵੇਂ ਇੱਕ ਬੱਚੇ ਨੂੰ ਤਾਂ IAS ਕਲੀਅਰ ਕਰਵਾਤਾ ਤੁਸੀਂ, ਜਿਹੜੀ ਸક્ષਮ ਸੰਸਥਾ ਹੈਗੀ ਆ, ਪਹਿਲਾਂ ਮੈਂ ਕਹਿੰਦਾ ਕਿ ਉਸ ਦੇ ਬਾਰੇ ਥੋੜਾ ਜਿਹਾ ਦੱਸ ਦਿਓ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅੱਗੇ। ਹਾਂਜੀ, ਮੈਂ ਸક્ષਮ ਜਿਹੜੀ ਸੰਸਥਾ ਹੈ ਇਹ 2002 ਚ ਸ਼ੁਰੂ ਹੋਈ ਸੀ। ਇਹਦਾ ਹੈੱਡ ਆਫਿਸ ਦਿੱਲੀ 'ਚ ਹੈ, ਇੱਕ ਚੈਰੀਟੇਬਲ ਸੰਸਥਾ ਹੈ। ਤੇ ਜਲੰਧਰ ਆ ਕੇ ਮੈਂ 2012 ਚ ਸੈਪਟੈਂਬਰ 12 ਚ ਮੈਂ ਇੱਥੇ ਸક્ષਮ ਪੰਜਾਬ ਦੇ ਨਾਮ ਤੇ ਉਹਦੀ ਸਟੇਟ ਬ੍ਰਾਂਚ ਅਸੀਂ ਸ਼ੁਰੂ ਕੀਤੀ। ਤੇ ਇੱਥੇ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈ ਕਿ ਹਰ ਬੱਚਾ ਜਿਹੜਾ ਵੀ ਡਿਸੇਬਲਡ ਹੈ ਉਹਨੂੰ ਇੰਡੀਪੈਂਡੈਂਟ ਲਿਵਿੰਗ ਸਕਿੱਲਸ ਦਿੱਤੀਆਂ ਜਾਣ, ਜਿਹੜੀਆਂ ਪੜ੍ਹਾਈ ਲਈ, ਉਹਦੇ ਚੱਲਣ ਫਿਰਨ ਲਈ, ਉਹਦੇ ਆਮ ਕੰਮ ਕਰਨ ਲਈ, ਲਿਖਣ ਦੀ, ਪੜ੍ਹਨ ਦੀ, ਉਹ ਆਪਣਾ ਕੰਮ ਇੰਡੀਪੈਂਡੈਂਟਲੀ ਕਰ ਸਕੇ, ਉਹਨੂੰ ਡਿਪੈਂਡੈਂਟ। ਇਸੇ ਵਿਜ਼ਨ ਨਾਲ ਨੂੰ ਦੇਖਦੇ ਹੋਏ ਅਸੀਂ ਟ੍ਰੇਨਿੰਗ ਕੋਰਸਿਸ ਬੱਚਿਆਂ ਲਈ ਕਰੀਦੇ ਹੈ। ਕੰਪਿਊਟਰ ਜਿੱਦਾਂ ਤੁਸੀਂ ਦੇਖ ਰਹੇ ਹੋ, ਇਹ ਕੰਪਿਊਟਰ ਟ੍ਰੇਨਿੰਗ ਬੱਚਿਆਂ ਲਈ ਕਰੀਦੀ ਹੈ। ਮੋਬਾਈਲ ਸਮਾਰਟਫੋਨਸ ਜਿਹੜੇ ਹੈ ਉਹਦੇ ਨਾਲ ਬੱਚੇ ਕਿੱਦਾਂ ਉਹ ਬੱਚੇ ਚਲਾ ਸਕਦੇ ਹੈ, ਟੱਚ ਸਕਰੀਨ ਫੋਨਸ, ਉਹਦੀ ਟ੍ਰੇਨਿੰਗ ਪ੍ਰੋਵਾਈਡ ਕਰੀਦੀ ਹੈ। ਬੱਚਿਆਂ ਨੂੰ ਕਿਤਾਬਾਂ ਦੇਈਦੀ ਹੈ ਫ੍ਰੀ ਆਫ ਕਾਸਟ, ਬੱਚਿਆਂ ਨੂੰ ਡਿਵਾਈਸਿਸ ਪ੍ਰੋਵਾਈਡ ਕਰੀਦੀ ਹੈ ਸਬਸਿਡਾਈਜ਼ਡ ਕਾਸਟ ਤੇ ਇਸ ਤਰ੍ਹਾਂ ਦਾ ਸਾਡਾ ਇਹ ਮੇਨ ਆਬਜੈਕਟਿਵਸ ਹੈ। ਹੁਣ ਜਿਵੇਂ ਤੁਸੀਂ ਕਿਤਾਬਾਂ ਕਹੀਆਂ, ਡਿਵਾਈਸਿਸ ਕਹੀਆਂ, ਤਾਂ ਕਈ ਲੋਕਾਂ ਦੇ ਮਨ 'ਚ ਖਿਆਲ ਆ ਗਿਆ ਹੋਊਗਾ ਕਿ ਬਲਾਈਂਡ ਬੱਚੇ ਜਿਹੜੇ ਨੇ ਉਹ ਕਿਤਾਬਾਂ ਕਿਵੇਂ ਪੜ੍ਹਨਗੇ। ਹਾਂਜੀ, ਹਾਂ ਭਾਈ ਸਾਹਿਬ, ਇਹ ਬਹੁਤ ਵਧੀਆ ਤੁਸੀਂ ਪ੍ਰਸ਼ਨ ਕੀਤਾ ਹੈ। ਲਾਕਡਾਊਨ ਚਾਹੇ ਹੈ, ਕਿਤਾਬਾਂ ਦਾ ਇੱਕ ਕਾਮਨ ਪਲੇਟਫਾਰਮ ਬਣਾਇਆ ਗਿਆ ਹੈ, ਸક્ષਮ ਨੇ ਬਣਵਾਇਆ ਹੈ। ਗਵਰਨਮੈਂਟ ਦੀ ਸਪੋਰਟ ਵੀ ਹੈ ਉਹਦੇ ਵਿੱਚ, ਔਰ ਉਹਦੇ ਵਿੱਚ TCS ਦਾ ਵੀ ਸਪੋਰਟ ਹੈ ਸਾਨੂੰ। ਸੁਗਮਿਆ ਪੁਸਤਕਾਲਿਆ, ਜਿੰਨੀਆਂ ਵੀ ਇੰਡੀਆ 'ਚ ਸੰਸਥਾਵਾਂ ਹੈਗੀਆਂ, ਉਸ ਜਿਹੜੇ ਵੀ ਸੰਸਥਾਵਾਂ ਕਿਤਾਬਾਂ ਪ੍ਰੋਡਿਊਸ ਕਰ ਰਹੀਆਂ, ਉਹ ਸਾਰੀਆਂ ਸੰਸਥਾਵਾਂ ਉਸ ਪਲੇਟਫਾਰਮ ਤੇ ਕਿਤਾਬਾਂ ਅਪਲੋਡ ਕਰ ਦਿੰਦੀਆਂ। ਔਰ ਜਿਹੜੇ ਸੰਸਥਾਵਾਂ ਨਾਲ ਬਲਾਈਂਡ ਬੱਚੇ ਜੁੜੇ ਹੋਏ ਹੈ ਜਾਂ ਕੋਈ ਵੀ ਹੋਰ ਪ੍ਰਿੰਟ ਡਿਸੇਬਲਡ ਜਿਹੜੇ ਵੀ ਹੈ, ਕਿਤਾਬ ਨੂੰ ਨਹੀਂ ਪੜ੍ਹ ਸਕਦੇ, ਉਹ ਬੱਚੇ ਜਿਹੜੀ ਵੀ ਸੰਸਥਾ ਨਾਲ ਜੁੜੇ ਹੋਏ ਹੈ ਉਹਦੇ ਮੈਂਬਰ ਬਣ ਜਾਂਦੇ ਆ। ਉਹਨਾਂ ਨੂੰ ਜਦੋਂ ਮੈਂਬਰ ਬਣਦੇ ਆ ਤੇ ਉਹਨਾਂ ਨੂੰ ਯੂਜ਼ਰ ID ਪਾਸਵਰਡ ਭੇਜ ਦਿੱਤਾ ਜਾਂਦਾ ਹੈ, ਔਰ ਉਹ ਬੱਚੇ ਉੱਥੋਂ ਫ੍ਰੀ ਡਾਊਨਲੋਡ ਕਿਤਾਬਾਂ ਕਰ ਸਕਦੇ ਆ। ਜਿੱਦਾਂ ਸਾਡੇ ਬੱਚੇ 600-700 ਬੱਚੇ ਸਾਡੇ ਕੋਲ, ਉਹ ਸਾਰੇ ਬੱਚੇ ਸਾਡੇ ਸੁਗਮਿਆ ਪੁਸਤਕਾਲਿਆ ਦੇ ਮੈਂਬਰ ਹੈ।
ਜਿਹਨੂੰ ਜੋ ਬੱਚੇ ਨੂੰ ਉਹ ਕਿਤਾਬ ਚਾਹੀਦੀ ਹੈ ਉਹ ਰਿਕਵੈਸਟ ਆ ਜਾਏਗੀ, ਉਹ ਕਿਤਾਬ ਜਾਂ ਜੇ ਨਹੀਂ ਹੋਏਗੀ ਤਾਂ ਅਸੀਂ ਇੱਥੋਂ ਪ੍ਰੋਡਿਊਸ ਕਰਾਂਗੇ ਜਾਂ ਹੋਰ ਸੰਸਥਾ ਕਰੇਗੀ ਜਿਹਦੇ ਕੋਲ ਵੀ ਰਿਕਵੈਸਟ ਜਾਏਗੀ। ਔਰ ਇਹ ਹੈਗੀ ਹੈ ਕਿਤਾਬ ਤੇ ਬੱਚਾ ਸਿੱਧਾ ਉੱਥੇ ਡਾਇਰੈਕਟਲੀ ਡਾਊਨਲੋਡ ਕਰ, ਸਿਰਫ ਇੰਟਰਨੈਟ ਦਾ ਕਨੈਕਸ਼ਨ ਚਾਹੀਦਾ ਤੇ ਇੱਕ ਸਮਾਰਟਫੋਨ ਹੋਏ ਜਾਂ ਕੰਪਿਊਟਰ ਹੋਏ। ਤਾਂ ਇਹ ਫਿਰ ਜਿਹੜੀਆਂ ਬੁੱਕਸ ਹੈਗੀਆਂ ਨੇ ਨਾਲ ਦੀ ਨਾਲ ਹੈੱਡਫੋਨ ਲਗਾ ਕੇ ਜਾਂ ਉਹ ਸੁਣਦੇ ਕਿਤੇ ਹੋਣਗੇ। ਵੀ ਬੈਠਾ ਆਪਣੀ ਭਾਈ ਸਾਹਿਬ ਇਹ ਕਹੋ ਕਿ ਅੱਜ ਜੇ ਬੱਚੇ ਕੋਲ ਸਮਾਰਟਫੋਨ ਹੈ 10 ਲੱਖ ਕਿਤਾਬਾਂ ਉਹਦੀ ਜੇਬ 'ਚ ਹੈ ਜੀ ਇੱਕ ਇੰਟਰਨੈਟ ਕਨੈਕਸ਼ਨ ਨਾਲ, ਬਸ ਇੰਨੀ ਕਿਤਾਬ ਅਵੇਲੇਬਲ ਹੈ। ਟੈਕਨੀਕਲ ਦੇ ਯੁੱਗ ਦੇ ਵਿੱਚ, ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇੰਨਾ ਐਡਵਾਂਸ ਹੋ ਗਿਆ ਸਾਰਾ ਸਿਸਟਮ। ਬਿਲਕੁਲ ਅੱਛਾ, ਟਾਕਿੰਗ ਬੁੱਕਸ Talking ਹੈ, ਈਪਬ ਬੁੱਕਸ ਹੈ ਜਿਹੜੇ ਬੱਚੇ ਆਰਾਮ ਨਾਲ ਮੋਬਾਈਲਾਂ ਤੇ ਪੜ੍ਹ ਸਕਦੇ ਹੈ ਕੋਈ ਬਿਨਾਂ ਦਿੱਕਤ ਤੋਂ। ਜਿਹਨੂੰ ਕੋਈ ਦਿੱਕਤ ਆਉਂਦੀ ਹੈ ਉਹ ਸਾਡੇ ਤੋਂ ਫੋਨ ਤੇ ਸਪੋਰਟ, ਅਸੀਂ ਆਨਲਾਈਨ ਸਪੋਰਟ ਦੇ ਦੀ ਹੈ ਕਿ ਬੱਚੇ ਦਾ ਕੰਮ ਨਹੀਂ ਰੁਕਣਾ ਚਾਹੀਦਾ, ਚਾਹੇ ਕੁਝ ਵੀ ਹੋ ਗਿਆ, ਭਗਵਾਨ ਨੇ ਕੈਸੀ ਵੀ ਸਰਕਮਸਟੈਂਸਸ ਕਰਤੇ ਹੈ ਬਟ ਆਪਾਂ ਕੰਮ ਕਰਦੇ ਰਹਿਣਾ, ਹੌਸਲਾ ਨਹੀਂ ਹਾਰਨਾ ਕਦੀ ਵੀ। ਹੌਸਲਾ ਨਹੀਂ ਹਾਰਨਾ, ਕੰਮ ਨਹੀਂ ਰੁਕਣਾ ਚਾਹੀਦਾ। ਅੱਛਾ ਮੈਮ, ਮੈਂ ਥੋੜਾ ਜਿਹਾ ਤੁਹਾਡੀ ਜ਼ਿੰਦਗੀ ਦੇ ਬਾਰੇ ਵੀ ਜਾਣਨਾ ਚਾਹੁੰਦਾ ਕਿਉਂਕਿ ਹੁਣ ਤਾਂ ਤੁਸੀਂ ਬਾਕੀ ਲੋਕਾਂ ਦੇ ਬਾਕੀ ਘਰਾਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਰੌਸ਼ਨੀ ਭਰ ਰਹੇ ਹੋ ਆਪ। ਜਦੋਂ ਇਸ ਦੌਰ ਦੇ ਵਿੱਚੋਂ ਨਿਕਲੇ, ਤੁਸੀਂ ਪੜ੍ਹੇ ਲਿਖੇ, ਬਚਪਨ ਬਤਾਇਆ, ਉਹ ਕਿਵੇਂ ਸੀਗਾ ਕਿ ਤੁਸੀਂ ਕਦੀ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਏ? ਨਹੀਂ ਭਾਈ ਸਾਹਿਬ, ਵਿੱਚ ਮੇਰੇ ਪੇਰੈਂਟਸ ਦਾ ਬਹੁਤ ਵੱਡਾ ਹੱਥ ਹੈ। ਮੇਰੇ ਮਦਰ, ਮੇਰੇ ਫਾਦਰ ਇੱਕ ਪ੍ਰੋਫੈਸਰ ਸੀ ਡੀਏਵੀ ਕਾਲਜ ਦਾ, ਤੇ ਉਹਨਾਂ ਦਾ ਐਟੀਟਿਊਡ ਬਹੁਤ ਪੋਜ਼ਿਟਿਵ ਸੀ। ਉਹ ਪੜ੍ਹਾਈ ਲਈ ਬਹੁਤ ਉਹ ਸੀ, ਉਹਨਾਂ ਨੇ ਪੜ੍ਹਾਈ ਸ਼ੁਰੂ ਤੋਂ ਕਿਤੇ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਮੈਨੂੰ ਹਮੇਸ਼ਾ ਰੈਗੂਲਰ ਸਕੂਲ 'ਚ ਹੀ ਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਇੰਨੀ ਸਪੋਰਟ ਸੀ। ਅੱਛਾ, ਇਧਰੋਂ ਮੇਰੇ ਮਦਰ ਦੀ ਬਹੁਤ ਸਪੋਰਟ ਸੀ, ਉਹ ਸਾਰੇ ਟਾਈਮ ਤੇ ਮੈਨੂੰ ਕਿਤਾਬਾਂ ਰਿਕਾਰਡ ਕਰਕੇ ਦਿੰਦੇ ਸੀ। ਤੇ ਅਗਰ ਦੇਖਿਆ ਜਾਏ, ਅਗਰ ਆਮ ਬੱਚੇ ਦੀ ਜ਼ਿੰਦਗੀ ਮੈਂ ਆਪਣੀ ਜ਼ਿੰਦਗੀ ਨਾਲ ਕੰਪੇਅਰ ਕਰਾਂ ਤੇ ਮੈਨੂੰ ਸ਼ਾਇਦ ਬਹੁਤ ਘੱਟ ਦਿੱਕਤਾਂ ਆਈਆਂ। ਤਾਂ ਹੀ ਮੇਰਾ ਇਸ ਲਾਈਨ 'ਚ ਆਉਣ ਨੂੰ ਦਿਲ ਕੀਤਾ ਹੈ ਕਿ ਅਗਰ ਸਾਨੂੰ ਦਿੱਕਤਾਂ ਘੱਟ ਆਈਆਂ ਤੇ ਹੋਰ ਬੱਚਿਆਂ ਨੂੰ ਵੀ ਅਸੀਂ ਅਗਰ ਦਿੱਕਤਾਂ ਉਹਨਾਂ ਦੀਆਂ ਘੱਟ ਕਰ ਸਕਦੇ ਹਾਂ ਤਾਂ ਹੀ ਮੈਂ ਇਸ ਲਾਈਨ 'ਚ। ਨਹੀਂ ਤੇ ਆਮ ਤੌਰ ਤੇ ਕੀ ਹੁੰਦਾ ਕਿ ਇੱਕ ਤਾਂ ਅੱਜ ਕੱਲ ਜਿਵੇਂ ਗੱਲਾਂ ਹੁੰਦੀਆਂ ਨੇ ਕਈ ਥਾਵਾਂ ਤੇ, ਬਹੁਤ ਵੈਸੇ ਘੱਟ ਹੁੰਦੀਆਂ ਨੇ, ਕਿ ਇੱਕ ਤਾਂ ਲੜਕੀ ਹੈ ਉਤੋਂ ਦੂਸਰੇ ਉੱਪਰ ਕੀ ਦਿਸਦਾ ਨਹੀਂ ਆ। ਅੱਜ ਤੋਂ 45 ਸਾਲ ਪਹਿਲੇ ਦੀਆਂ ਗੱਲਾਂ, ਮੇਰਾ ਬਰਥ 72 ਦਾ ਹੈ, ਤੇ ਤੁਸੀਂ ਦੇਖ ਸਕਦੇ ਹੋ ਉਦੋਂ ਜ਼ਮਾਨਾ ਬਹੁਤ ਅਲੱਗ ਸੀ। ਤਾਂ ਮੇਰੇ ਪੇਰੈਂਟਸ ਦਾ ਮੈਂ ਕਹੂੰਗੀ ਬਹੁਤ ਫੈਮਿਲੀ ਦਾ ਬਹੁਤ ਵੱਡਾ ਹੱਥ ਸੀ। ਤੇ ਹੁਣ ਵਿਆਹ ਨੂੰ ਕਿੰਨਾ ਚਿਰ ਹੋ ਗਿਆ? ਕਰੀਬ 8.5 ਸਾਲ ਹੋ ਗਏ ਸਾਡੀ ਮੈਰਿਜ ਨੂੰ। ਔਰ ਸਾਡੀ ਇੱਕ ਬੇਟੀ ਹੈ, ਉਹ ਸੇਂਟ ਜੋਸਫ ਕਨਵੈਂਟ 'ਚ ਪੜ੍ਹ ਰਹੀ ਹੈ। ਔਰ ਆਮ ਲੋਕਾਂ ਦਾ ਇਹ ਵਿਚਾਰ ਹੁੰਦਾ ਹੈ ਕਿ ਕਿੱਦਾਂ ਬੱਚੇ ਨੂੰ ਪੜ੍ਹਾਓ, ਉਹ ਪੜ੍ਹਾਉਣ ਦਾ ਕੰਮ ਵੀ ਉਹਦਾ ਮੇਰਾ ਹੀ ਹੈ। ਸਿਰਫ ਇੱਕ ਕੰਪਿਊਟਰ ਦੀ ਮਦਦ ਨਾਲ ਹੀ ਉਹਦੀ ਪੜ੍ਹਾਈ ਮੈਂ ਸਾਰੀ ਕਰਵਾਨੀ ਹੈ। ਉਹਦੀਆਂ ਕਿਤਾਬਾਂ ਜਿੰਨੀਆਂ ਵੀ ਉਹ ਕੰਪਿਊਟਰ 'ਚ ਅਸੀਂ ਰਿਕਾਰਡ ਕਰ ਲਈਦੀਆਂ ਜਾਂ ਬਣਾ ਲਈਦੀਆਂ, ਤੇ ਉਹਦਾ ਜਿੰਨਾ ਵੀ ਕਲਾਸ ਵਰਕ ਹੁੰਦਾ ਹੈ ਉਹ ਸਾਰਾ ਡੇਲੀ ਮੇਰੇ ਕੋਲ ਕੰਪਿਊਟਰ ਤੇ ਆ ਜਾਂਦਾ ਹੈ, ਤਾਂ ਕਿ ਮੈਂ ਉਸ ਨਾਲ ਫਿਰ ਮੈਂ ਉਹਨੂੰ ਆਰਾਮ ਨਾਲ ਬੈਠ ਕੇ ਸਾਰਾ ਉਹਦਾ ਟੈਸਟ ਹੈ, ਐਗਜ਼ਾਮ ਹੈ, ਕੁਝ ਵੀ ਤਿਆਰ ਕਰਨਾ। ਔਰ ਬਹੁਤ ਅੱਛਾ A+ ਤੇ ਚੱਲ ਰਹੀ ਹੈ, ਤੇ ਕੋਈ ਦਿੱਕਤ ਨਹੀਂ ਹੈ ਸਾਨੂੰ ਇਸ ਨਾਲ। ਬਿਲਕੁਲ। ਹੋਰ ਵੀ ਆਪਾਂ ਗੱਲ ਕਰਾਂਗੇ ਸਰ ਦੇ ਨਾਲ, ਕਿਉਂਕਿ ਸਰ ਵੱਲ ਖਿੱਚ ਜ਼ਿਆਦਾ, ਕਿਉਂਕਿ ਬਹੁਤ ਜ਼ਬਰਦਸਤ। ਹਾਂਜੀ ਸਰ, ਤੁਸੀਂ ਕੁਝ ਕਹਿ ਰਹੇ ਸੀ। ਮੈਂ ਕਹਿਣ ਲੱਗਾ ਸੀਗਾ ਵੀ ਦਰਸ਼ਕਾਂ ਨੂੰ ਇਹ ਵੀ ਆਪਾਂ ਦੱਸ ਦਈਏ ਸਰ ਕਿ ਜਿੱਦਾਂ ਦੀਪਿਕਾ ਜੀ ਨੇ ਕਿਹਾ ਕਿ ਮੈਂ ਬੱਚੀ ਦੀ ਜਿਹੜੀ ਪੜ੍ਹਾਈ ਹੈ ਉਹ ਵੀ ਇਸ ਕੰਪਿਊਟਰ ਦੀ ਹੈਲਪ ਨਾਲ ਕਰਦੀ ਆ। ਤੇ ਇੱਥੇ ਦਰਸ਼ਕਾਂ ਦੀ ਖੁਸ਼ੀ ਵਾਸਤੇ ਦੱਸਣਾ ਚਾਹੁੰਦੇ ਆ ਕਿ ਸਾਡੀ ਬੱਚੀ ਬਿਲਕੁਲ ਨਾਰਮਲ ਪਰਮਾਤਮਾ ਦੀ ਕਿਰਪਾ ਨਾਲ, ਉਹਦੀ ਅੱਖਾਂ ਦੀ ਰੋਸ਼ਨੀ ਬਿਲਕੁਲ ਠੀਕ ਹੈ। ਪਰ ਕਿਉਂਕਿ ਦੀਪਿਕਾ ਜੀ ਦੀ ਖੁਦ ਦੀ ਅੱਖਾਂ ਦੀ ਰੋਸ਼ਨੀ ਦੀ ਪ੍ਰੋਬਲਮ ਹੈ, ਤਾਂ ਜਿੱਦਾਂ ਇੱਕ ਮਦਰ ਆਪਣੀ ਬੱਚੀ ਨੂੰ ਪੂਰੀ ਹਮਦਰਦੀ ਨਾਲ, ਪੂਰੇ ਦਿਲ ਨਾਲ ਪੜ੍ਹਾਉਂਦੀ ਹੈ, ਵੀ ਇਹਨਾਂ ਨੇ ਕਿਹਾ ਕਿ ਮੇਰੀ ਇਹ ਵਾਲੀ ਅੱਖਾਂ ਦੀ ਰੋਸ਼ਨੀ ਦੀ ਕਮੀ ਵਿੱਚ ਆੜੇ ਨਾ ਆਵੇ, ਇਸ ਕਰਕੇ ਉਹ ਸਾਰੀ ਕਿਤਾਬਾਂ ਇਸ ਬੱਚੇ ਵਾਸਤੇ ਵੀ ਬਣਾਉਂਦੇ ਹਨ। ਜਿੱਥੇ ਇਹ ਦੂਸਰੇ ਬੱਚਿਆਂ ਵਾਸਤੇ ਬਣਾਉਂਦੇ ਹਨ ਜਿਹੜੇ ਬੱਚੇ ਨਹੀਂ ਦੇਖ ਸਕਦੇ, ਉੱਥੇ ਜਿਹੜੀ ਇਹਨਾਂ ਦੀ ਆਪਣੀ ਬੱਚੀ ਜਿਹੜੀ ਦੇਖ ਸਕਦੀ ਹੈ ਉਹਦੇ ਵਾਸਤੇ ਵੀ ਇਹਨਾਂ ਨੂੰ ਸਾਰੀ ਕਿਤਾਬਾਂ ਇਹਨਾਂ ਨੇ ਕਨਵਰਟ ਕਰ ਲਈਆਂ ਆਪਣੀ ਸੁਵਿਧਾ ਵਾਸਤੇ। ਉਧਰੋਂ ਆਪਣੇ ਹੱਥ 'ਚ ਕਿਤਾਬ ਪਕੜਦੀ ਹੈ, ਇਧਰੋਂ ਆਪਣੇ ਮੋਬਾਈਲ ਕੰਪਿਊਟਰ ਤੇ ਕਿਤਾਬ ਖੋਲਦੇ ਆ, ਤੇ ਫਿਰ ਉਹ ਦੋਨੋਂ ਬਰਾਬਰ ਪੈਰਲਲ ਪੜ੍ਹਦੇ ਆ ਜੀ। ਫਿਰ ਜਦੋਂ ਰੀਡਿੰਗ ਕਰਦੀ ਹੈ ਮੈਨੂੰ ਪਤਾ ਚੱਲਦਾ ਹੈ ਕਿ ਉਹ ਕਿਹੜਾ ਵਰਡ ਗਲਤ ਪ੍ਰੋਨਾਂਸ ਕਰ ਰਹੀ ਹੈ। ਉੱਥੇ ਮੈਂ ਉਹਦਾ ਕੈਚ ਹੋ ਲੈ ਕੇ ਨਹੀਂ ਸੁਖਮਨੀ ਇਹ ਨਹੀਂ, ਇਹ ਹੈ ਵਰਡ। ਅਗਰ ਸੁਖਮਣੀ ਨੂੰ ਜੇ ਤੁਸੀਂ, ਮੈਂ ਚਾਹੁੰਦਾ ਕਿ ਆਵਾਜ਼ ਮਾਰੋ, ਵੈਸੇ ਉਹ ਆਪਣੇ ਨਾਨੀ ਜੀ ਦੇ ਕੋਲ ਬੈਠੇ ਨੇ। ਅੱਛਾ, ਟੀਵੀ ਦੇਖ ਰਹੇ, ਜੇ ਉਹ ਆ ਜਾਣ ਤਾਂ ਬੜਾ ਵਧੀਆ ਹੋਵੇ। ਜੇ ਆਵਾਜ਼ ਦਿਓ ਤੁਸੀਂ ਉਹਨਾਂ ਚਿਰ ਮੈਂ ਸਰ ਨਾਲ ਗੱਲ ਕਰ ਲੈਣਾ, ਕਿਉਂਕਿ ਸਰ ਮਿਊਜ਼ਿਕ ਟੀਚਰ ਹੋ ਤੁਸੀਂ ਫਿਰ, ਤੇ ਕਿਹੜੀ ਇਨਸਟਰੂਮੈਂਟਸ ਤੁਸੀਂ ਕਿਹੜੇ ਵਜਾ ਰਹੇ ਨੇ, ਕਰਦੇ ਹੋ? ਮਨਦੀਪ ਜੀ, ਮੇਰਾ ਜਿਹੜਾ ਮੁੱਖ ਵਿਸ਼ਾ ਉਹ ਗਾਇਨ ਹੈ ਵੈਸੇ ਤਾਂ, ਪਰ ਵਾਦਾਂ ਦੀ ਤਾਂ, ਸਾਜ਼ਾਂ ਦੀ ਤਾਂ ਹਮੇਸ਼ਾ ਇੰਪੋਰਟੈਂਸ ਹੁੰਦੀ ਹੈ। ਮੈਂ ਜਿਹੜੇ ਮੁੱਖ ਸਾਜ਼ ਜਿਹੜੇ ਗਾਇਨ ਵਾਸਤੇ ਜ਼ਰੂਰੀ ਹਨ, ਜਿਵੇਂ ਕਿ ਹਾਰਮੋਨੀਅਮ ਹੋ ਗਿਆ, ਔਰ ਤਾਨਪੁਰਾ ਹੋ ਗਿਆ, ਹੈ ਨਾ ਜੀ, ਤਬਲਾ ਕੁਛ ਹੱਦ ਤੱਕ,
ਇਹ ਮੈਂ ਸਾਜ਼ ਵਜਾ ਲੈਂਦਾ ਜੀ ਖੁਦ। ਬਾਕੀ ਪਰਮਾਤਮਾ ਦੀ ਦਇਆ ਨਾਲ ਕਈ ਸਾਰੀਆਂ ਸ਼ੈਲੀਆਂ ਦਾ ਮੈਂ ਅਭਿਆਸ ਕਰਦਾ, ਜਿਵੇਂ ਸ਼ਾਸਤਰੀ ਸੰਗੀਤ ਹੋ ਗਿਆ, ਉਪ ਸ਼ਾਸਤਰੀ ਸੰਗੀਤ ਹੋ ਗਿਆ, ਫਿਲਮ ਸੰਗੀਤ ਹੋ ਗਿਆ, ਭਗਤੀ ਸੰਗੀਤ ਹੋ ਗਿਆ। ਇਹਨਾਂ ਸਾਰਿਆਂ ਦਾ ਮੈਂ ਥੋੜਾ ਬਹੁਤਾ ਗਾਣ ਦੀ ਸਮਰੱਥਾ ਵੀ ਰੱਖਦਾ ਗੁਰੂ ਕਿਰਪਾ ਨਾਲ। ਬਾਕੀ ਮੈਂ ਸਿਖਾਉਂਦਾ ਬੱਚਿਆਂ ਨੂੰ, ਐਮਏ ਤੱਕ ਮੇਰੇ ਕੋਲ ਸਟੂਡੈਂਟਸ ਹੈ, ਈਵਨ ਪੀਐਚਡੀ ਔਰ ਐਮਫਿਲ ਦੇ ਬੱਚੇ ਵੀ ਮੇਰੇ ਨਾਲ ਜੁੜੇ ਹੋਏ ਹੈ, ਜਿਹੜੇ ਮੇਰੀ ਗਾਈਡੈਂਸ ਵਿੱਚ ਪੀਐਚਡੀ ਕਰ ਰਹੇ ਹੈ ਅੱਗੇ। ਕੋਈ ਇਦਾਂ ਦਾ ਸਟੂਡੈਂਟ ਤੁਹਾਨੂੰ ਯਾਦ ਹੈ ਜਿਹਨੇ ਉਪਲਬਧੀ ਹਾਸਲ ਕੀਤੀ ਹੋਵੇ? ਕਿਉਂਕਿ ਜਿਹੜਾ ਮੈਮ ਦੀ ਉਪਲਬਧੀ ਤਾਂ ਇਹੀ ਹੈ ਕਿ ਆਈਏਐਸ ਕਲੀਅਰ ਕਰ ਗਿਆ ਬੱਚਾ ਇੱਕ। ਮਨਦੀਪ ਜੀ, ਪਰਮਾਤਮਾ ਦੀ ਬੜੀ ਕਿਰਪਾ ਹੈ ਇਸ ਮਾਮਲੇ 'ਚ। ਮੇਰੇ ਬਹੁਤ ਸਾਰੇ ਵਿਦਿਆਰਥੀ ਇਸ ਵੇਲੇ ਸਕੂਲਾਂ ਵਿੱਚ, ਇੱਕ ਪੂਜਾ ਚੌਹਾਨ ਕਰਕੇ ਟੀਚਰ ਹੈ ਰੂਪਦਾ ਸਕੂਲ ਜਿਹੜਾ ਹੈ, ਉਸ ਸਕੂਲ ਦੇ ਜਿਹੜੇ ਮਿਊਜ਼ਿਕ ਟੀਚਰ ਹੈ, MGN ਪਬਲਿਕ ਸਕੂਲ ਅਰਬਨ ਸਟੇਟ ਫੇਸ 2 'ਚ, ਉੱਥੇ ਜਿਹੜੇ ਮਿਊਜ਼ਿਕ ਟੀਚਰ ਹੈ ਉਹ ਮੇਰੇ ਸਟੂਡੈਂਟ ਹੈ ਜੀ। ਉਹਨਾਂ ਨੇ ਐਮਏ ਕੀਤੀ, ਹੁਣ ਉੱਥੇ ਉਹ ਮਿਊਜ਼ਿਕ ਟੀਚ ਕਰ ਰਹੇ ਹੈ, ਬਹੁਤ ਯੋਗ ਟੀਚਰ ਹੈਗੇ। ਉਹਨਾਂ ਤੋਂ ਇਲਾਵਾ ਮੇਰੇ ਇੱਕ ਸਟੂਡੈਂਟ ਕਮਲਜੀਤ ਹੈ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ PhD ਕਰ ਰਹੇ ਹੈ ਇਸ ਵੇਲੇ। ਇੱਕ ਮੇਰੀ ਸਟੂਡੈਂਟ ਮੋਨਿਕਾ ਟੱਕਰ, ਉਹਨਾਂ ਨੇ LPU 'ਚ ਅਸਿਸਟੈਂਟ ਪ੍ਰੋਫੈਸਰ ਹੈ। ਗੁੰਜਨ ਕਪੂਰ ਉੱਥੇ ਅਸਿਸਟੈਂਟ ਪ੍ਰੋਫੈਸਰ ਹੈ। ਹੋਰ ਬਹੁਤ ਸਾਰੇ, ਇੱਕ ਦੀਪਾਂਸ਼ੂ ਪੰਡਿਤ ਇੱਕ ਬੱਚਾ ਮੇਰਾ ਹੈ, ਉਹ ਬੰਬੇ ਹੈ ਇਸ ਵੇਲੇ, ਉੱਥੇ ਉਹ ਮਤਲਬ ਇੰਡਸਟਰੀ 'ਚ ਕੰਮ ਕਰ ਰਿਹਾ। ਕਾਫੀ ਬੱਚੇ ਹੈ, ਕਿਉਂਕਿ ਇਹ ਤੁਹਾਡਾ ਹੀ ਨਾਮ ਹੈ, ਜਿੱਥੇ ਜਿੱਥੇ ਤੁਸੀਂ ਗਿਣਾਇਆ, ਇਹ ਜਿੱਥੇ ਜਿੱਥੇ ਬੱਚੇ ਗਏ ਉਹ ਤੁਹਾਡਾ ਨਾਮ। ਸੁਖਮਣੀ ਵੀ ਬੱਚਾ ਆ ਗਿਆ। ਸੁਖਮਣੀ ਨੂੰ ਕੀ ਸ਼ੌਂਕ ਨੇ? सुखमनी आप ही दसो, सुखमनी की शौक ਤੁਹਾਨੂੰ इधर भी क्या क्या अच्छा लगता है बताओ। मेरे को डांस पसंद है। डांस पसंद है? She loves to dance. अच्छा, पापा गाਉਂਦੇ ਆ ਤਾਂ ਫਿਰ ਤੁਸੀਂ ਡਾਂਸ ਕਰਦੇ ਹੁੰਦੇ ਹੋ? नहीं, मेरे को बॉलीवुड डांस बहुत पसंद है। ਅੱਛਾ ਸਰ, ਇਹ ਤਾਂ ਕਹਿੰਦੇ ਬਾਲੀਵੁੱਡ ਕਲਾਸਿਕ ਨਹੀਂ। ਮੈਂ ਕੋਸ਼ਿਸ਼ ਤਾਂ ਕਰਦਾ ਜ਼ਰੂਰ ਇਹਨੂੰ ਸੰਸਕਾਰ ਦੇਵਾਂ ਜੀ, ਜ਼ਰੂਰ ਹਰ ਪ੍ਰਕਾਰ ਦੇ, ਪਰ ਅਜੇ ਮੈਂ ਕਿਹਾ ਜਿੱਧਰ ਦਾ ਰੁਝਾਨ ਹੈ ਉਹ ਕਰਦੀ ਹੈ ਜੀ। ਇਹ ਬੱਚੇ ਨੂੰ ਇਹ ਨਹੀਂ ਅਹਿਸਾਸ ਹੋਣ ਦੇਦਾ ਕਿ we are visually challenged and we can't do this particular thing for you. नहीं, ये होना भी चाहिए। ਇਹ मतलब अगर ਇਹਨੂੰ ਡਾਂਸ ਦਾ ਸ਼ੌਕ ਹੈ ਤਾਂ ਇਹ ਡਾਂਸ ਸਿੱਖ ਰਹੀ ਹੈ, ਇਹ ਅਬੇਕਸ ਸਿੱਖ ਰਹੀ ਹੈ ਆਪਣੇ ਆਨਲਾਈਨ ਕਲਾਸਿਸ 'ਚ। अच्छा, ऑनलाइन क्लासेस। ਇਹ ਮੈਨੂੰ ਅਬੇਕਸ ਲਈ ਵੀ ਪਾਇਆ ਹੋਇਆ ਹੈ। अच्छा। ਔਰ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਇਹਨੂੰ ਘੁਮਾਉਣ ਲੈ ਕੇ ਜਾਵਾਂ। ਇਹਨੂੰ ਮੈਂ ਆਗਰਾ ਇੱਕ ਵਾਰ ਲੈ ਕੇ ਗਈ ਪਿਛਲੇ ਸਾਲ ਦੇ ਐਗਜ਼ਾਮਸ ਤੇ ਅਸੀਂ ਇਹਨੂੰ ਆਗਰਾ ਮੈਂ ਲੈ ਕੇ ਗਈ ਕਿ ਇਹਨੂੰ ਤਾਜ ਮਹਿਲ ਦਿਖਾਣਾ ਹੈ। ਅੱਛਾ, ਕਿਉਂਕਿ ਇਹਦੀ ਬੁੱਕਸ ਘੁੰਮਣਾ ਵਧੀਆ ਲੱਗਦਾ? ਕਿੱਥੇ ਕਿੱਥੇ ਜਾਣਾ ਵਧੀਆ ਲੱਗਦਾ? मेरे को पब्लिक प्लेसेस पसंद है जाना। अच्छा, मम्मी पापा डांटते तो नहीं होंगे बहुत? नहीं। अच्छा। मामा बट डांटती है थोड़ा सा। ਮਮਾ ਥੋੜੀ ਸਟ੍ਰਿਕਟ ਹੈ। ਓਕੇ, ਤੇ ਚਲੋ ਠੀਕ ਹੈ, ਤੁਸੀਂ ਦੇਖ ਲਓ ਟੀਵੀ ਤੇ ਸਰ ਕੁਝ ਮੈਂ ਕਹਿੰਦਾ ਕਿ ਹੋ ਜੇ ਕੁਝ ਤੁਸੀਂ। ਤੁਹਾਡਾ ਰੁਝਾਨ ਮੈਂ ਦੇਖ ਰਿਹਾ ਵੀ ਬੜਾ ਸੰਗੀਤਿਕ ਔਰ ਸਾਹਿਤਿਕ ਹੈ। ਮੇਰੇ ਮਨ 'ਚ ਇੱਕ ਰਚਨਾ ਆ ਰਹੀ ਹੈ, ਫਿਲਮ ਤੋਂ ਹੈ ਉਹ ਇਸ ਮਿਸ਼ਨ ਨਾਲ ਜੁੜੀ ਹੋਈ ਹੈ। हेमंत कुमार साहब ने गाई हुई रचना जी वो। जगत भर की रोशनी के लिए करोड़ों की जिंदगी के लिए सूरज रे जलते रहना, सूरज रे जलते रहना। करोड़ों लोग पृथ्वी पर भटकते हैं, करोड़ों आंगनों में है अंधेरा। अरे जब तक न हो घर घर में उजियारा, समझ ले है अधूरा काम तेरा। जगत उद्धार में अभी देर है, अभी तो दुनिया में अंधेर है। सूरज रे जलते रहना, सूरज रे जलते रहना। ਮਜ਼ੇਦਾਰ ਚੀਜ਼ ਹੈ ਜੀ, ਤੁਹਾਡੀ ਆਵਾਜ਼ ਬੜੀ ਜਾਨਦਾਰ। ਸੂਰਜ ਦੀ ਰੋਸ਼ਨੀ ਜਦੋਂ ਸਰ ਅਨੁਭਵ ਕਰੀਦੀ ਹੈ ਤੇ ਇਹੀ ਮੰਗੀਦਾ ਕਿ हे ਪਿਤਾ ਸਾਨੂੰ ਵੀ ਕੁਝ ਐਸੀ ਬਖਸ਼ਿਸ਼ ਦਿਓ ਤਾਂ ਕਿ ਅਸੀਂ ਆਪਣਾ ਜੀਵਨ ਵੀ ਉਜਲਾ ਕਰੀਏ ਤੇ ਆਸ-ਪਾਸ ਜਿਹੜੇ ਸਾਡੇ ਨਾਲ ਜੁੜੇ ਹੋਏ ਲੋਕ ਹੈ, ਸੋਸਾਇਟੀ ਸਾਨੂੰ ਜੋ ਰੋਲ ਦਿੱਤਾ ਗਿਆ ਹੈ ਉਹਦੇ ਅਕੋਰਡਿੰਗਲੀ ਅਸੀਂ ਕੁਝ ਰੋਸ਼ਨੀ ਫੈਲਾ ਸਕੀਏ। ਤੁਸੀਂ ਵੀ ਵੈਸੇ ਟੀਚਰ ਹੋ, ਸਿਸਟਮ ਦਾ ਹਿੱਸਾ ਹੋ ਇੱਕ ਪੰਜਾਬ ਦੇ।
ਇਹ ਸક્ષਮ ਨੂੰ ਰਨ ਕਰ ਰਹੀ ਹਾਂ। ਹਾਂ ਉਹੀ ਮਤਲਬ ਮੈਂ ਜਨਰਲ ਸੈਕਟਰੀ ਦੀ ਕੈਪੈਸਿਟੀ 'ਚ ਕੰਮ ਕਰ ਰਹੀ ਹਾਂ। ਓਕੇ ਓਕੇ। ਤੇ ਮੈਂ ਇਹ ਜਾਣਨਾ ਚਾਹੁੰਦਾ ਸੀਗਾ ਕਿ ਇਸ ਲਾਈਨ ਦੇ ਵਿੱਚ ਜਾਂ ਇਸ ਖਿੱਤੇ ਦੇ ਵਿੱਚ ਜਿਵੇਂ ਬੱਚਿਆਂ ਨੂੰ ਕੋਈ ਪ੍ਰੋਬਲਮਸ ਆਉਂਦੀਆਂ ਨੇ ਜਾਂ ਫਿਰ ਸਟੱਡੀ ਨੂੰ ਲੈ ਕੇ ਕੋਈ ਸਰਕਾਰ ਦੇ ਜਾਂ ਸਿਸਟਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਠੀਕ ਚੱਲ ਰਿਹਾ ਇਸ ਵੇਲੇ ਕਿ ਜਾਂ ਕੋਈ ਖਾਮੀਆਂ ਹੈ? ਥੋੜੀਆਂ ਖਾਮੀਆਂ ਹੈ, ਜਦੋਂ ਕਿ ਸਰਕਾਰ ਸਾਡੇ ਨਾਲ ਬਹੁਤ ਮਦਦ ਵੀ ਕਰਦੀ ਹੈ, ਬਟ ਕੁਝ ਚੇਂजेस ਲਿਆਉਣ ਦੀਆਂ ਜ਼ਰੂਰਤ ਹੈ। ਫॉर एग्जांपल ਮੈਨੂੰ ਥੋੜੇ ਦਿਨ ਪਹਿਲੇ ਪਤਾ ਚੱਲਿਆ ਕਿ ਪੰਜਾਬ ਬੋਰਡ 'ਚ ਜਿਹੜਾ ਪੇਪਰ ਹੈ, ਕੁਐਸਚਨ ਪੇਪਰ ਹੈ 5ਵੀਂ ਤੋਂ ਲੈ ਕੇ 12ਵੀਂ ਤੱਕ ਦਾ, ਇਹ ਮੈਂਟਲੀ ਚੈਲੰਜ ਵਾਲਾ ਪੇਪਰ ਵਿਜ਼ੂਅਲੀ ਇੰਪੇਅਰਡ ਨੂੰ ਵੀ ਮਿਲ ਰਿਹਾ ਹੈ ਜਾਂ ਹੀਅਰਿੰਗ ਇੰਪੇਅਰਡ ਨੂੰ ਵੀ ਮਿਲ ਰਿਹਾ ਹੈ, ਜਿਹੜਾ ਕਿ ਇਹ ਬਦਲਣਾ ਚਾਹੀਦਾ ਹੈ। ਕਿਉਂਕਿ ਵਿਜ਼ੂਅਲੀ ਇੰਪੇਅਰਡ ਪੂਰੀ ਕਿਤਾਬ ਪੜ੍ਹ ਸਕਦਾ ਹੈ, ਉਹਨੂੰ ਕੋਈ ਮੁਸ਼ਕਿਲ ਨਹੀਂ ਹੈ ਪੜ੍ਹਾਈ ਕਰਨ 'ਚ, ਤੇ ਅਗਰ ਉਹਨੂੰ ਸਪੈਸ਼ਲ ਕੁਐਸਚਨ ਪੇਪਰ ਮਿਲੇਗਾ, क्वेश्चन बैंक तो ही क्वेश्चन आएंगे, वो किताब नहीं पढ़ेगा, और किताब नहीं पढ़ेगा उन्होंने 12वीं तो बाद जो वो हायर एजुकेशन जाएगा, यूनिवर्सिटी एजुकेशन जाएगा, फिर उन्होंने बहुत दिक्कतें फेस करनी पैणगियां। इसलिए ਅਸੀਂ यही कहना चाहांगे कि रिक्वेस्ट ਤੇ ਸਾਡੀ यही ਹੋਏਗੀ पंजाब बोर्ड ਨੂੰ कि ये मैंटली हैंडीकैप्ड ठीक है सिस्टम, कोई दिक्कत, लेकिन विजुअली इंपेयर्डली ਜਿਹੜਾ नॉर्मल क्वेश्चन पेपर है वो आना चाहिए, ना कि स्पेशल क्वेश्चन पेपर आना चाहिए। और मैथ्स और साइंस बहुत ज़रूरी है, क्योंकि आज बच्चे IAS जा रहे हैं, आज बच्चे प्रोबेशनरी ऑफिसर बैंक्स जा रहे हैं, आज बच्चे MBA कर रहे हैं, आज बच्चे केड़ा इंजीनियरिंग कर रहे हैं, सॉफ्टवेयर इंजीनियरिंग कर रहे हैं। जे असीं उन्होंने मैथ्स और साइंस नहीं पढ़ावांगे ਤੇ ਬੱਚੇ ਪੜ੍ਹਨਾ ਨਹੀਂ ਚਾਹਣਗੇ, ਔਰ ਉਹ ਫਿਰ ਅੱਗੇ ਕੰਪੀਟੀਟਿਵ ਐਗਜ਼ਾਮਸ ਨੂੰ ਕਿੱਦਾਂ ਫੇਸ ਕਰਨਗੇ? ਉਹ ਸਾਡੇ ਬੱਚੇ ਪਿੱਛੇ ਰਹਿ ਜਾਣਗੇ, ਸਾਡੀ ਸਟੇਟ ਦੇ ਬੱਚੇ ਨੈਚੁਰਲੀ ਪਿੱਛੇ ਰਹਿਣਗੇ। ਤੇ ਇਹਦੀ ਇਹੀ ਹੋ ਸਕਦਾ ਕਿ ਤੁਸੀਂ ਆਪਸ਼ਨਲ, ਪੰਜਾਬ ਬੋਰਡ ਨੂੰ ਆਪਸ਼ਨਲ ਕਰ ਦੇਣਾ ਚਾਹੀਦਾ ਹੈ, ਮੈਂਡੇਟਰੀ ਨਾ ਕਰੇ, ਆਪਸ਼ਨਲ ਕਰ ਦੇ, ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਉਹ ਪੜ੍ਹਨ। ਕਿਉਂਕਿ ਅੱਜ ਪੈਸਾ ਇਹ ਵੀ ਹੈ ਮਨਦੀਪ ਜੀ ਕਿ ਮੈਂ ਤੁਹਾਨੂੰ ਦੱਸਾਂ, मैथ्स और साइंस ਦੀਆਂ ਟੈਕਟਾਈਲ ਬੁੱਕਸ 10ਵੀਂ ਤੱਕ ਦੀਆਂ ਬੁੱਕਸ ਅਵੇਲੇਬਲ ਹੈ। ਟੈਕਟਾਈਲ ਬੁੱਕਸ ਮਤਲਬ ਜਿਹੜੇ ਉਹਨਾਂ ਦੇ ਡਾਇਗਰਾਮਸ ਹੈ ਉਹਨਾਂ ਨੂੰ ਅਸੀਂ ਫੀਲ ਕਰਕੇ ਸਮਝ ਸਕਦੇ ਹਾਂ, ਜਿਓਮੈਟਰੀ ਦੇ ਡਾਇਗਰਾਮਸ, ਸਾਇੰਸ ਦੇ, ਫਿਜ਼ਿਕਸ ਦੇ ਡਾਇਗਰਾਮਸ, ਕੈਮਿਸਟਰੀ ਦੇ ਡਾਇਗਰਾਮ, ਉਹ ਸਾਰੇ ਟੈਕਟਾਈਲ ਡਾਇਗਰਾਮਸ ਅਵੇਲੇਬਲ ਹੈ। ਉਹ ਅਸੀਂ ਫੀਲ ਕਰਕੇ ਸਮਝ ਸਕਦੇ ਹਾਂ ਕਿ ਕਿਹੜਾ ਐਂਗਲ ਹੈ, ਕੀ ਹੈ, ਕਿਹੜਾ ਡਾਇਗਰਾਮ, ਕਾਹਦਾ ਡਾਇਗਰਾਮ ਬਣਿਆ। ਤੇ ਪੜ੍ਹਨਾ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਤਾਂ ਕਿ ਅੱਗੇ ਜਾ ਕੇ ਬਿਲਕੁਲ ਬਿਲਕੁਲ। ਤੇ ਦੇਖੋ ਸਾਡੀ ਐਸਾ ਸਮਾਜ ਨੂੰ ਸਾਡਾ ਜਾਂ ਸਰਕਾਰ ਨੂੰ ਸਾਡਾ ਇੱਕੋ ਹੀ ਮੈਸੇਜ ਜਾਂ ਇੱਕ ਰਿਕੁਐਸਟ ਹੈ ਕਿ ਜੋ ਹੁਣ ਤੱਕ ਹੁੰਦਾ ਆਇਆ ਉਹ ਸਭ ਠੀਕ ਹੈ, ਪਰ ਅੱਜ ਬਦਲਾਵ ਦੀ ਜ਼ਰੂਰਤ ਹੈ। ਜਿੱਦਾਂ ਮੈਡਮ ਨੇ ਕਿਹਾ ਕਿ ਹਾਂ ਮੈਂਡੇਟਰੀ ਨਾ ਕਰੋ, ਠੀਕ ਹੈ, ਜਿਹੜੇ ਬੱਚਿਆਂ ਦੇ ਹਾਲਾਤ ਨਹੀਂ, ਬੱਚੇ ਸਾਇੰਸ ਮੈਥਸ ਨਹੀਂ ਪੜ੍ਹ ਸਕਦੇ, ਕੋਈ ਗੱਲ ਨਹੀਂ, ਪਰ ਜਿਨ੍ਹਾਂ 'ਚ ਸਕੋਪ ਨਜ਼ਰ ਆ ਰਿਹਾ ਹੁਣ ਉਹਨਾਂ ਨੂੰ ਜ਼ਰੂਰ ਸਕੋਪ ਦੇਣਾ ਚਾਹੀਦਾ। ਔਰ ਮੈਂ ਇੱਥੇ ਐਡ ਕਰਨਾ ਚਾਹਾਂਗਾ ਕਿ ਕੁਝ ਹਾਂ ਪੱਖੀ ਜਿਹੜੀ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਤਾਂ ਸਾਨੂੰ ਬਹੁਤ ਸਹਿਯੋਗ ਵੀ ਪ੍ਰਾਪਤ ਹੋ ਰਿਹਾ, ਔਰ ਜਦੋਂ ਸਾਰੇ ਲੋਕ ਤੁਹਾਡੇ ਰਾਹੀਂ ਸਾਡੇ ਨਾਲ ਜੁੜਨਗੇ ਤਾਂ ਉਹਨਾਂ ਦਾ ਨਜ਼ਰੀਆ ਵੀ ਬਦਲੇਗਾ। ਸਾਨੂੰ HMV ਸੰਸਥਾ ਜਿਹੜੀ ਕਾਲਜ ਹੈ ਉਸ ਐਡਮਿਨਿਸਟ੍ਰੇਸ਼ਨ ਤੋਂ, ਪ੍ਰਿੰਸੀਪਲ ਸਾਹਿਬ ਤੋਂ ਬਹੁਤ ਸਹਿਯੋਗ ਪ੍ਰਾਪਤ ਹੈ। ਮੇਰਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਜਗਰੂਪ ਸਿੰਘ ਜੀ ਦਾ ਹੋਰ ਬਹੁਤ ਸਾਰੇ ਜਿਹੜੀਆਂ ਅੱਛੇ ਪੋਜ਼ਿਟਿਵ ਲੋਕ ਹੈ ਉਹਨਾਂ ਦਾ ਬਹੁਤ ਸਾਨੂੰ ਸਹਿਯੋਗ ਪ੍ਰਾਪਤ ਹੋ ਰਿਹਾ। ਜਦੋਂ ਵੀ ਆਪਾਂ ਕੋਈ ਮਿਸ਼ਨ ਕਰਨਾ ਚਾਹੁੰਦੇ ਹਾਂ, ਕੋਈ ਵੀ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਜੀ, ਸਾਨੂੰ ਸਭ ਦਾ ਭਰਪੂਰ ਸਹਿਯੋਗ ਮਿਲਦਾ ਹੈ। ਬਿਲਕੁਲ, ਇਹ ਸਹਿਯੋਗ ਤਾਂ ਚਲੋ ਸਾਡਾ ਵੀ ਤੁਹਾਡੇ ਨਾਲ ਹੀ ਹੈ। ਤਾਂ ਅਖੀਰ ਦੇ ਵਿੱਚ ਕੋਈ ਹੋਰ ਸਿਸਟਮ ਨੂੰ ਲੈ ਕੇ ਕੋਈ ਮੈਡਮ ਤੁਸੀਂ ਕੋਈ ਗੱਲ ਰੱਖਣੀ ਚਾਹੋ ਆਪਣੀ? ਬਸ ਭਾਈ ਸਾਹਿਬ ਇੰਨਾ ਬਦਲਾਵ ਆ ਜਾਏ ਤਾਂ ਵੀ ਬਹੁਤ ਵੱਡੀ ਚੀਜ਼ ਹੈ ਸਾਡੇ ਲਈ। ਤਾਂ ਅਖੀਰ ਦੇ ਵਿੱਚ ਸਰ ਮੈਂ ਤੁਹਾਡੇ ਕੋਲ ਹੀ ਆਉਂਗਾ ਕਿ ਜ਼ਿੰਦਗੀ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਜ਼ਿੰਦਗੀ ਤੁਹਾਡੇ ਲਈ ਜ਼ਿੰਦਗੀ ਦੇ ਮਾਇਨੇ ਕੀ ਹੈ? ਕੀ ਬਾਤ ਹੈ, ਬੜਾ ਗਹਿਰਾ ਪ੍ਰਸ਼ਨ ਹੈ ਸਰ ਇਹ। ਤੇ ਪਰ ਮੈਂ ਜ਼ਰੂਰ ਯਥਾਯੋਗ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗਾ। ਜੋ ਹੁਣ ਤੱਕ ਪਰਮਾਤਮਾ ਨੇ ਜੀਵਨ ਬਖਸ਼ਿਆ ਹੈ ਉਹਦੇ ਤੋਂ ਇਹ ਸਿੱਖ ਮਿਲੀ ਹੈ ਕਿ ਦੇਖੋ ਜੋ ਸਾਡੀ ਫਿਲਾਸਫੀ ਹੈ, ਜੋ ਸਾਡੀ ਕਲਚਰ ਹੈ, ਕਿ ਸਭ ਕੁਝ ਉਹਦੀ ਰਜ਼ਾ ਵਿੱਚ ਹੋ ਰਿਹਾ, ਔਰ ਕਰਮ ਬਹੁਤ ਵੱਡੀ ਚੀਜ਼ ਹੈ। ਕਰਮਾ ਸੰਦੜਾ ਖੇਤ ਬਾਣੀ 'ਚ ਜ਼ਿਕਰ ਆਉਂਦਾ ਹੈ। ਜੇ ਸਾਡੀਆਂ ਇਹ ਜਿਹੜੀਆਂ ਨਜ਼ਰ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਤਾਂ ਕਿਸੇ ਕਰਮ ਦਾ ਆਧਾਰ ਹੈ, ਇਹਨੂੰ ਆਪਾਂ ਨਕਾਰਦੇ ਨਹੀਂ ਹੈ, ਇਹ ਬਿਲਕੁਲ ਸੱਚ ਹੈ, ਇਹ ਵੀ ਅਸੀਂ ਸਵੀਕਾਰ ਕਰਕੇ ਚੱਲਾਂਗੇ ਨਾਲ ਜੀ। ਪਰ ਇਹਦੇ ਨਾਲ
ਕਿਉਂਕਿ ਜਿਹੜੇ ਇਸ ਜਨਮ 'ਚ ਕੀਤੇ ਕਰਮ ਹੈ ਉਹ ਵੀ ਤਾਂ ਲਾਭ ਦਿੰਦੇ ਆ। ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਜਦੋਂ ਥੋੜੀ ਮੁਸ਼ਕਿਲ ਹੈ ਸਾਡੇ ਸਾਹਮਣੇ, ਪਰ ਅਸੀਂ ਅਜਿਹੇ ਕਰਮ ਕਰ ਸਕੀਏ, ਲੋੜੀਂਦੇ ਕਰਮ ਕਰ ਸਕੀਏ ਤਾਂ ਕਿ ਆਪਣੇ ਜੀਵਨ ਨੂੰ ਇਹਨਾਂ ਕਰਮਾਂ ਨਾਲ ਸਹਿਜ ਕਰ ਸਕੀਏ, ਹੋਰ ਸੋਹਣਾ ਬਣਾ ਸਕੀਏ। ਇਹੀ ਜੀਵਨ ਦਾ ਨਜ਼ਰੀਆ ਹੈ। ਇਹ ਨਾ ਸੋਚੀਏ ਕਿ ਜੋ ਪੁਰਾਣਾ ਸਾਨੂੰ ਸਾਡੀ ਪ੍ਰਲਬਧ ਸਾਡੀ ਠੀਕ ਜੋ ਮਿਲੀ ਹੈ ਸਾਨੂੰ ਠੀਕ ਹੈ, ਪਰ ਉਹਦੇ ਨਾਲ ਅਸੀਂ ਨਿਰਾਸ਼ ਹੋ ਕੇ ਨਹੀਂ ਬੈਠਣਾ, ਕਿਉਂਕਿ ਪਰਮਾਤਮਾ ਨੇ ਜਨਮ ਦੇ ਦਿੱਤਾ ਤਾਂ ਸਮਝ ਲਓ ਕਰਮ ਕਰਨ ਦਾ ਨਾਲ ਹੀ ਉਹਨੇ ਆਪਸ਼ਨ ਦੇ ਦਿੱਤਾ ਕਿ ਕਰਮ ਕਰ, ਤੂੰ ਅੱਗੇ ਆਪਣਾ ਸੁਧਾਰ ਕਰ। ਉਸ ਨਾਤੇ ਔਰ ਜਿਹੜੀ ਤੁਹਾਡੇ ਰਾਹੀਂ ਮੈਂ ਸਭ ਸਕੂਲਸ ਦੇ ਪ੍ਰਿੰਸੀਪਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਆਪਣੀ ਇੱਕ ਵਾਰੀ ਦੁਬਾਰਾ ਤੋਂ ਵਿਚਾਰ ਜ਼ਰੂਰ ਕਰਨ, ਦੇਖਣ, ਸਕੋਪ ਦੇਖਣ। ਛੋਟੇ ਛੋਟੇ ਬੱਚਿਆਂ ਨੂੰ ਜਦੋਂ ਸਕੂਲ 'ਚ ਅਸੀਂ ਤੁਹਾਡੇ ਕੋਲ ਲੈ ਕੇ ਆਈਏ ਤਾਂ ਉਹਨੂੰ ਐਡਮਿਸ਼ਨ ਦੇਣ ਤੋਂ ਬਿਲਕੁਲ ਮਨਾ ਨਾ ਕਰੋ। ਅਸੀਂ ਸਾਰਾ ਸਮਾਜ, ਅਸੀਂ ਲੋਕ ਸਾਰੇ ਤੁਹਾਡੇ ਨਾਲ ਹੈ ਸਹਿਯੋਗ ਦੇਣ ਵਾਸਤੇ, ਟੈਕਨੋਲੋਜੀ ਦੇ ਪੁਆਇੰਟ ਆਫ ਵਿਊ ਨਾਲ। ਪਤਾ ਨਹੀਂ ਜਿੱਦਾਂ ਤੁਸੀਂ ਧਰੁਵ ਦਾ ਰੈਫਰੈਂਸ ਦਿੱਤਾ ਹੈ, ਐਦਾਂ ਦੇ ਕਿੰਨੇ ਸਾਰੇ ਧਰੁਵ ਆ ਜਾਣਗੇ ਸਮਾਜ ਵਿੱਚ, ਹੈ ਨਾ ਜੀ, ਔਰ ਰੋਸ਼ਨੀ ਫੈਲ ਜਾਏਗੀ ਸਾਰੇ ਪਾਸੇ। ਬਿਲਕੁਲ, ਬੜੀ ਪੋਜ਼ਿਟਿਵ ਗੱਲ ਸਰ ਨੇ ਕੀਤੀ ਤੇ ਇਹ ਪੋਜ਼ਿਟਿਵ ਗੱਲ ਉਹਨਾਂ ਦੇ ਲਈ ਹੈ ਜਿਹੜੇ ਛੋਟੀਆਂ-ਛੋਟੀਆਂ ਗੱਲਾਂ ਤੋਂ ਨਾਰਾਜ਼ ਹੋ ਜਾਂਦੇ ਨੇ, ਜ਼ਿੰਦਗੀ ਤੋਂ ਪਾਸਾ ਵਾਟਣ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਉਹਨਾਂ ਦੇ ਲਈ ਇਹ ਸਰ ਦੀ ਬਹੁਤ ਵਧੀਆ ਗੱਲ ਆ। ਪੋਜ਼ਿਟਿਵਿਟੀ ਜਿਹੜੀ ਆ ਸਾਨੂੰ ਆਪ ਨੂੰ ਬਹੁਤ ਆ ਰਹੀ ਹੈ। ਉਮੀਦ ਕਰਦਾ ਕਿ ਤੁਹਾਨੂੰ ਵੀ ਇਹ ਗੱਲਾਂ ਸੁਣ ਕੇ ਜ਼ਰੂਰ ਆਈ ਹੋਊਗੀ। ਸਰ ਅਖੀਰ ਦੇ ਵਿੱਚ ਕੁਝ ਤੁਹਾਡੀ ਆਵਾਜ਼ ਦੇ ਵਿੱਚ ਕੁਝ ਹੋ ਜੇ ਅਖੀਰ ਇੰਟਰਵਿਊ ਦੇ ਅਖੀਰ ਦੇ ਵਿੱਚ। ਕੀ ਬਾਤ ਹੈ ਮਨਦੀਪ ਜੀ, ਮੈਂ ਇੱਕ ਰਚਨਾ ਕੀਤੀ ਸੀ ਆਪ, ਉਹਦੀ ਸ਼ਬਦ ਰਚਨਾ ਵੀ ਮੇਰੀ ਆਪਣੀ ਹੈ। सत्य ही शिव है, शिव सुंदर है, निर्मल मन उसका मंदिर है। ਉਹਦੇ ਚ ਵਿਦਿਆ ਦੀ ਗੱਲ ਹੀ ਕੀਤੀ ਕਿ ਵਿਦਿਆ ਨੂਰ ਸਭ ਤੋਂ ਵੱਡਾ ਨੂਰ ਹੈ। ਉਹ ਅਰਜ਼ ਕਰਨਾ ਚਾਹਨਾ। सत्य शिव शिव सुंदर है, सत्य शिव शिव सुंदर। जो साडी संस्कृति है, परमात्मा ਨੂੰ ਦੱਸਿਆ ਗਿਆ ਜੀ ਕਿ परमात्मा सच है ਤੇ सच ही कल्याणकारी है ਤੇ कल्याण ही सुंदर है। सत्य शिव शिव सुंदर है, निर्मल मन उसका मंदिर है। मनदीप जी, निर्मल मन उसका मंदिर है। शुभ कर मन ते शिव पूजा कर, शुभ कर मन ते शिव पूजा कर। ज्ञान ज्योति जगमग कर, घर घर तिमिर दूर कर। विद्या नूर भर, सकल रोग हर तू। शिव का बन जा डमरू, शिव का बन जा डमरू। जय नाद तू कर, प्रमाद तू हर। जय जनाद तू कर, प्रमाद तू हर। सब जग का डर हर ले, शुभ कर तोए शिव का वर है। ਜਿਹੜੀ ਮੈਂ ਤੁਹਾਨੂੰ ਅਰਜ਼ ਕੀਤੀ ਕਿ ਪਰਮਾਤਮਾ ਨੇ ਮੌਕਾ ਦਿੱਤਾ ਹੋਇਆ ਜੀ ਕਿ ਕੁਝ ਅੱਛਾ ਕਰ ਲਈਏ, ਜਿਹੜਾ ਵਿਗੜਿਆ ਉਹਨੂੰ ਸੰਵਾਰ ਲਈਏ ਜੀ। सत्य ही शिव है, शिव सुंदर है, निर्मल मन उसका मंदिर है। ਇਹ ਸਖਸ਼ਮ ਐਂਥਮ ਬਣਾਇਆ ਹੋਇਆ ਜੀ ਅਸੀਂ। ਬਹੁਤ ਵਧੀਆ ਲੱਗਿਆ ਸਰ ਤੁਹਾਡੇ ਨਾਲ ਮਿਲ ਕੇ। ਸੋ ਮੈਮ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ ਕਿ ਤੁਸੀਂ ਇਹਦੇ ਵਧੀਆ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸੋ ਇਹ ਇੰਟਰਵਿਊ ਤੁਹਾਨੂੰ ਦਿਖਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਜ਼ਿੰਦਗੀ ਨੂੰ ਈਜ਼ੀ ਨਾ ਲਾਓ। ਜ਼ਿੰਦਗੀ ਬਹੁਤ ਵੱਡੀ ਹੈ। ਜੇ ਅਸੀਂ ਸੋਚੀਏ ਤਾਂ ਜ਼ਿੰਦਗੀ ਦੇ ਬਹੁਤ ਸਾਰੇ ਕਿਨਾਰੇ ਆ। ਅਸੀਂ ਇਹ ਨਾ ਸੋਚੀਏ ਕਿ ਇੱਕੋ ਜ਼ਿੰਦਗੀ ਦਾ ਦਰਵਾਜ਼ਾ ਆ, ਇੱਕੋ ਜ਼ਿੰਦਗੀ ਦਾ ਕਿਨਾਰਾ ਆ। ਜੇ ਉਹਨੇ ਬੂਹਾ ਢੋਲਿਆ ਤਾਂ ਸਾਡੇ ਕੋਲ ਕੋਈ ਰਸਤੇ ਸਾਰੇ ਬੰਦ ਹੋ ਗਏ ਆ। ਪਰ ਅਜਿਹਾ ਨਹੀਂ, ਜ਼ਿੰਦਗੀ ਦੇ ਬਹੁਤ ਸਾਰੇ ਕਿਨਾਰੇ ਆ। ਤੁਸੀਂ ਉਹਨਾਂ ਕਿਨਾਰਿਆਂ ਨੂੰ ਫੜ ਕੇ ਜ਼ਿੰਦਗੀ ਨੂੰ ਜੀ ਸਕਦੇ ਹੋ। ਇਸ ਦੀ ਜੀਂਦੀ ਜਾਗਦੀ ਮਿਸਾਲ ਤੁਹਾਨੂੰ ਅੱਜ ਦਿਖਾਈ ਹੈ। ਤਾਂ ਇਹ ਤੋਂ ਥੋੜ੍ਹਾ ਜਿਹਾ ਸਿੱਖਿਆ ਲਈਏ ਅਤੇ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਸੁਖਾਲਾ ਕਰੀਏ ਅਤੇ ਅਸੀਂ ਇਸ ਜ਼ਿੰਦਗੀ ਦਾ ਆਨੰਦ ਮਾਣੀਏ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।
ਕਈ ਵਾਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਘਟਨਾਵਾਂ ਵੀ ਵੱਡੇ ਰੂਪ ਲੈ ਜਾਂਦੀਆਂ ਨੇ ਤਾਂ ਇਨਸਾਨ ਸੋਚਦਾ ਹੈ ਕਿ ਮੇਰੇ ਨਾਲ ਇਹ ਘਟਨਾ ਵਾਪਰ ਗਈ ਤਾਂ ਹੁਣ ਮੈਂ ਜ਼ਿੰਦਗੀ ਨੂੰ ਜਿਉਣਾ ਛੱਡ ਦੇਣਾ। ਇਦਾਂ ਦੀਆਂ ਐਗਜ਼ਾਮਪਲਾਂ ਤੁਸੀਂ ਹਾਲ ਹੀ ਦੇ ਵਿੱਚ ਦੇਖੀਆਂ ਵੀ ਨੇ। ਪਰ ਜ਼ਿੰਦਗੀ ਨੂੰ ਜਿੱਤਣ ਵਾਲੇ ਵੀ ਲੋਕ ਹੈ ਜਿਨ੍ਹਾਂ ਨੇ ਪਰਮਾਤਮਾ ਨੇ ਜਿਨ੍ਹਾਂ ਨੂੰ ਜ਼ਿੰਦਗੀ ਜਿਉਣ ਦੇ ਕਈ ਰੀਜ਼ਨ ਦਿੱਤੇ, ਜਿਨ੍ਹਾਂ ਨੂੰ ਕਈ ਵਾਰ ਠੋਕਰਾਂ ਵੱਜੀਆਂ, ਉਹਨਾਂ ਨੇ ਜ਼ਿੰਦਗੀ ਦੇ ਉੱਪਰ ਜਿੱਤ ਹਾਸਲ ਕੀਤੀ। ਮੈਂ ਦੋ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਅੱਜ ਮਿਲਾਵਾਂਗਾ। ਮੈਡਮ ਦੀਪਿਕਾ ਸੂਦ ਨੇ ਮੇਰੇ ਨਾਲ ਅਤੇ ਇਧਰਲੇ ਪਾਸੇ ਮੇਰੇ ਡਾਕਟਰ ਪ੍ਰੇਮ ਸਾਗਰ ਨੇ, ਜਿਨ੍ਹਾਂ ਨੇ ਮਿਊਜ਼ਿਕ ਦੇ ਵਿੱਚ PhD ਹੁਣੇ